Welcome everyone to the online platform of Mix Overseas Study. So ਆਪਾਂ ਜਿਹੜੇ ਹੈਗੇ ਆ ਆਲਰੇਡੀ ਸੈਪਟੈਂਬਰ ਟੂ ਦਸੰਬਰ 2023 ਕਿਊ ਕਾਰਡਸ ਡਿਸਕਸ ਕਰ ਰਹੇ ਹਾਂ। ਸੋ ਉਸੇ ਲਿਸਟ ਦੇ ਵਿੱਚ ਆਪਾਂ ਅੱਜ ਨਵਾਂ ਕਿਊ ਕਾਰਡ ਐਡ ਕਰਾਂਗੇ। ਸੋ ਅੱਜ ਦਾ ਆਪਣਾ ਕਿਊ ਕਾਰਡ ਹੈਗਾ ਕਿਊ ਕਾਰਡ ਨੰਬਰ 10 and the name of your cue card is describe a drawing or painting that you like। ठीक है, ਇਹਦੇ ਵਿੱਚ ਤੁਸੀਂ ਕਿਸੇ ਡਰਾਇੰਗ ਦੀ ਗੱਲ ਕਰਨੀ ਹੈ, ਕਿਸੇ ਪੇਂਟਿੰਗ ਦੀ ਗੱਲ ਕਰਨੀ ਹੈ ਜਿਹੜੀ ਕਿ ਤੁਹਾਨੂੰ ਪਸੰਦ ਹੈਗੀ ਹੈ that you like, ਹੈ ਨਾ। ਤਾਂ ਤੁਸੀਂ ਕਿਸੇ ਵੀ ਤਰ੍ਹਾਂ ਦੀ ਡਰਾਇੰਗ ਜਾਂ ਪੇਂਟਿੰਗ ਦੀ ਗੱਲ ਕਰ ਸਕਦੇ ਹੋ। ਤੁਸੀਂ ਇਹਦੇ 'ਚ ਡਿਸਕਸ ਕਰ ਸਕਦੇ ਹੈਗੇ ਹੋ ਕਿ ਮੇਰੇ ਕਿਸੇ ਫੈਮਿਲੀ ਮੈਂਬਰ ਨੇ ਕੋਈ ਡਰਾਇੰਗ ਬਣਾਈ ਸੀ, ਕੋਈ ਪੇਂਟਿੰਗ ਬਣਾਈ ਸੀ ਦੈਟ ਆਈ ਲਾਈਕ ਦ ਮੋਸਟ, ਹੈ ਨਾ। ਜਾਂ ਕੋਈ ਥਰਡ ਪਰਸਨ ਹੈਗਾ ਜਿਹਨੇ ਉਹ ਡਰਾਇੰਗ ਜਾਂ ਪੇਂਟਿੰਗ ਬਣਾਈ ਸੀ ਜਿਹੜੀ ਮੈਨੂੰ ਪਸੰਦ ਹੈਗੀ ਆ। ਸੋ ਆਪਣੇ ਕੋਲੇ ਕਿਊਜ਼ ਕੀ ਹੈਗੇ ਆ when you first saw the painting। ਤਾਂ when ਦੇ ਵਿੱਚ ਤੁਸੀਂ ਕੁਝ ਵੀ ਕਹਿ ਸਕਦੇ ਆ, a year ago, ਹੈ ਨਾ, ਇੱਕ ਸਾਲ ਪਹਿਲਾਂ। ਤਾਂ ਹੁਣ ਦੇਖੋ ਮੈਂ ਕਿਹਾ ਵੀ ਇਸ ਪੇਂਟਿੰਗ ਨੂੰ ਜਿਹੜਾ ਹੈਗਾ ਮੈਂ ਪਹਿਲੀ ਵਾਰ ਦੇਖਿਆ ਇੱਕ ਸਾਲ ਪਹਿਲਾਂ। ਤਾਂ ਮੈਂ ਕੀ ਕਿਹਾ, I've seen this painting for the first time almost a year ago, ਹੈ ਨਾ। ਤਾਂ ਮੈਂ ਕਿਹਾ ਵੀ ਇਹਨੂੰ ਜਿਹੜਾ ਹੈਗਾ ਮੈਂ ਦੇਖਿਆ ਸੀਗਾ ਇੱਕ ਸਾਲ ਪਹਿਲਾਂ for the first time। what the painting is about, ਕਾਹਦੇ ਬਾਰੇ ਵਿੱਚ ਪੇਂਟਿੰਗ ਹੈਗੀ ਆ। ਸੋ ਬੇਸਿਕਲੀ ਥੋੜਾ ਜਿਹਾ ਆਪਾਂ ਕੋਸ਼ਿਸ਼ ਕਰਾਂਗੇ ਕਿ ਇਹਦੇ 'ਚ ਕੁਛ ਸਫਿਸਟੀਕੇਟਡ ਤੁਸੀਂ ਕਿਸੇ ਪੇਂਟਿੰਗ ਦੀ ਗੱਲ ਕਰ ਸਕੋ, ਠੀਕ ਹੈ, ਜਿਹੜੀ ਕਿ ਕਿਹਦੇ ਬਾਰੇ ਵਿੱਚ ਹੈਗੀ ਆ। ਤਾਂ ਤੁਸੀਂ ਇੱਥੇ ਦੱਸਣਾ ਹੈਗਾ ਕਿ ਇਹ ਪੇਂਟਿੰਗ ਕਿਸੇ ਕੋਈ ਪਰਸਨ ਬਾਰੇ ਹੈਗੀ ਆ ਜਾਂ ਇਹ ਪੇਂਟਿੰਗ ਜਿਹੜੀ ਹੈਗੀ ਆ ਕਿਸੇ ਇਨਸੀਡੈਂਟ ਦੇ ਨਾਲ ਰੈਲੇਵੈਂਟ ਹੈਗੀ ਆ। ਤਾਂ ਉਹ ਚੀਜ਼ ਆਪਾਂ ਐਕਸਪਲੇਨ ਕਰਨੀ ਹੈਗੀ ਆ ਕਿ what is the basic purpose of making this particular painting, right? next, who drew this painting? ਤਾਂ ਤੁਸੀਂ ਇੱਥੇ ਜਿਹੜਾ ਹੈਗਾ ਨੇਮ ਦੱਸਣਾ ਹੈਗਾ ਪੇਂਟਰ ਦਾ, ਠੀਕ ਹੈ। ਐਂਡ ਵਾਈ ਯੂ ਲਾਈਕ ਦਿਸ ਡਰਾਇੰਗ, ਤਾਂ ਇੱਥੇ ਵਾਈ ਦੇ ਵਿੱਚ ਤੁਸੀਂ ਰਾਜੇ ਰੀਜ਼ਨਸ ਦੇਣੇ ਹੈਗੇ ਆ, ਕਾਰਨ ਦੇਣੇ ਆ ਕਿ ਕੀ ਕਾਰਨ ਹੈਗੇ ਆ ਜਿਨ੍ਹਾਂ ਦੀ ਵਜ੍ਹਾ ਕਰਕੇ ਤੁਹਾਨੂੰ ਇਹ ਪੇਂਟਿੰਗ ਜਿਹੜੀ ਹੈਗੀ ਆ ਅੱਛੀ ਲੱਗਦੀ ਹੈ, ਠੀਕ ਹੈ। ਸੋ ਆਪਾਂ ਜਿਹੜਾ ਹੈਗਾ ਵੀਡ ਲਾਈਕ ਟੂ ਟਾਕ ਅਬਾਊਟ ਅ ਪੇਂਟਿੰਗ ਦੈਟ ਵਾਜ਼ ਅਬਾਊਟ ਦ ਡੈਥ ਆਫ ਸੋਕਰੇਟਸ, ਠੀਕ ਹੈ। ਸੁਕਰਾਤ ਜਿਹਨੂੰ ਆਪਾਂ ਪੰਜਾਬੀ 'ਚ ਕਹਿ ਦਿੰਦੇ ਹਾਂ, ਜਿਹੜੇ ਮਤਲਬ ਆਪਣੇ ਕਹਿ ਸਕਦੇ ਹਾਂ ਆਪਣੇ ਟਾਈਮ ਦੇ ਇੱਕ ਮਹਾਨ ਫਿਲਾਸਫਰ ਸੀਗੇ, ਦਾਰਸ਼ਨਿਕ ਸੀਗੇ। ਤੇ ਉਹਨਾਂ ਨੂੰ ਜਦੋਂ ਜ਼ਹਿਰ ਦਿੱਤਾ ਗਿਆ ਸੀਗਾ ਉਸ ਦੇ ਰਿਲੇਟਡ ਜਿਹੜੀ ਹੈਗੀ ਆ ਇੱਕ ਪੇਂਟਿੰਗ ਬਣਾਈ ਗਈ ਸੀ ਜਿਹੜੀ ਲੂਇਸ ਡੇਵਿਡ ਨਾਮ ਦੇ ਪਰਸਨ ਨੇ ਬਣਾਈ ਸੀ, ਠੀਕ ਹੈ। ਸੋ ਆਪਾਂ ਮੈਂਸ਼ਨ ਕੀਤਾ ਕਿ ਜੈਕ ਲੂਇਸ ਡੇਵਿਡ ਨਾਮ ਦਾ ਬੰਦਾ ਸੀਗਾ ਜਿਹਨੇ ਆਹ ਵਾਲੀ ਪੇਂਟਿੰਗ ਬਣਾਈ ਸੀ। ਆਈ ਐਮ ਸ਼ੋਇੰਗ ਯੂ ਦ ਪੇਂਟਿੰਗ ਔਨ ਦ ਸਕਰੀਨ। ਸੋ ਬੇਸਿਕਲੀ ਇਹ ਪੇਂਟਿੰਗ ਕਾਹਦੇ ਬਾਰੇ ਹੈਗੀ ਆ, ਇਟ ਇਜ਼ ਲਾਈਕ ਵਨ ਆਫ ਮਾਈ ਫੇਵਰੇਟ ਪੇਂਟਿੰਗਸ। ਤਾਂ ਇਹ ਪੇਂਟਿੰਗ ਬੇਸਿਕਲੀ ਕੀ ਡਿਸਕਰਾਈਬ ਕਰਦੀ ਆ, ਉਹ ਇਨਸੀਡੈਂਟ ਨੂੰ ਨਰੇਟ ਕਰਦੀ ਆ ਜਦੋਂ ਸੋਕਰੇਟਸ ਨੂੰ ਜ਼ਹਿਰ ਪਿਆਇਆ ਗਿਆ ਸੀ ਬਿਕੋਜ਼ ਹੀ ਵਾਜ਼ ਟੈਲਿੰਗ ਦ ਟਰੁਥ, ਹੈ ਨਾ। ਆਪਾਂ ਦੇਖਿਆ ਹੈਗਾ ਸੋਸਾਇਟੀ ਦੇ ਵਿੱਚ ਅੱਜ ਦੇ ਟਾਈਮ ਦੇ ਵਿੱਚ, ਚਲੋ ਫਿਰ ਵੀ ਸਾਇੰਸ ਨੂੰ ਮਤਲਬ ਆਪਾਂ ਕਹਿ ਸਕਦੇ ਹਾਂ ਇੱਕ ਸਟੈਂਡਰਡ ਦਿੱਤਾ ਗਿਆ, ਸਾਇੰਟੀਫਿਕ ਕਮਿਊਨਿਟੀ ਦੇ ਲੋਕਾਂ ਦੀ ਲੋਕ ਗੱਲ ਸੁਣਦੇ ਹੈਗੇ ਆ। ਬਟ ਦੇਅਰ ਵਾਜ਼ ਅ ਟਾਈਮ ਇਨ ਦ ਹਿਸਟਰੀ ਆਫ ਮੈਨਕਾਈਂਡ when scientists or the people related to science were not treated really well। they were like ਉਹਨਾਂ ਨੂੰ ਜਿਹੜਾ ਹੈਗਾ ਬੁਰੇ ਤਰੀਕੇ ਨਾਲ ਟਰੀਟ ਕੀਤਾ ਜਾਂਦਾ ਸੀ। ਤੇ ਇਹ ਪੇਂਟਿੰਗ ਉਸੇ ਚੀਜ਼ ਨੂੰ ਡਿਪਿਕਟ ਕਰਦੀ ਹੈ। ਤੁਸੀਂ ਦੇਖੋ ਕਿ ਇਹ ਪੇਂਟਿੰਗ ਪਹਿਲੀ ਗੱਲ ਤਾਂ ਆਪਣੇ ਕੋਲੇ ਕਾਹਦੇ ਬਾਰੇ ਹੈਗੇ ਆ, ਹੈ ਨਾ। ਤਾਂ ਮੈਂ ਇਹ ਕਹਿ ਸਕਦੀ ਹਾਂ ਕਿ this painting is basically about the death of Socrates। ਤਾਂ ਮੈਂ ਕਿਹਾ ਵੀ ਜਿਹੜਾ ਹੈਗਾ ਡੈਥ ਆਫ ਸੋਕਰੇਟਸ ਦੇ ਬਾਰੇ ਵਿੱਚ ਹੈਗੀ ਆ, ਉਹਨਾਂ ਦੀ ਡੈਥ ਦੇ ਰੈਲੇਵੈਂਟ ਜਿਹੜੀ ਹੈਗੀ ਆ ਇਹ ਪੇਂਟਿੰਗ ਹੈਗੀ ਆ। ਉਹ ਕਹਿੰਦੇ ਕਿ ਜਿਹੜੀ ਪੇਂਟਿੰਗ ਪੋਰਟਰੇਟ ਕੀਤੀ ਗਈ ਹੈ ਟਰਾਇਲ ਐਂਡ ਐਗਜ਼ੀਕਿਊਸ਼ਨ, ਜਿਹੜਾ ਹੈਗਾ ਨਾਮ ਹੈਗਾ ਟਰਾਇਲ ਐਂਡ ਐਗਜ਼ੀਕਿਊਸ਼ਨ ਆਫ ਸੋਕਰੇਟਸ ਵਿਦ ਐਨ ਅੰਡਰਲਾਈਨਿੰਗ ਮੈਸੇਜ, ਕਿ ਜਿਹੜਾ ਹੈਗਾ ਫਰਾਂਸ ਦੀਆਂ ਅਨਰੂਲਿੰਗ ਜਿਹੜੀਆਂ ਅਥਾਰਟੀ ਸੀਗੀਆਂ ਉਸ ਟਾਈਮ ਦੀਆਂ ਉਹਨਾਂ ਦੇ ਅਗੇਂਸਟ ਇਹ ਪੇਂਟਿੰਗ ਬਣਾਈ ਗਈ ਹੈਗੀ ਆ। ਸੋ ਬੇਸਿਕਲੀ ਆਪਾਂ ਦੇਖੀਏ ਅਗਰ ਪੇਂਟਿੰਗ ਦੇ ਵਿੱਚ ਤਾਂ ਇੱਕ ਪਰਸਨ ਜਿਹੜਾ ਹੈਗਾ ਸੋਕਰੇਟ ਨੂੰ ਪੋਇਜ਼ਨ ਦੇਣ ਦੀ ਕੋਸ਼ਿਸ਼ ਕਰਨ ਦਿਆ ਐਂਡ ਹੀ ਇਜ਼ ਲੁਕਿੰਗ ਅਦਰ ਵੇ, ਹੈ ਨਾ। ਤਾਂ ਇਹ ਪਰਸਨ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਸਾਰੇ ਲੋਕ ਇੱਥੇ ਜਿਹੜੇ ਹੈਗੇ ਸੈਡ ਫੀਲ ਹੋ ਰਹੇ ਆ, ਕਰ ਰਹੇ ਆ, ਉਹ ਕੌਣ ਨੇ, ਉਹ ਸਾਰੇ ਫੋਲੋਅਰਸ ਨੇ ਸੋਕਰੇਟਸ ਦੇ, ਠੀਕ ਹੈ। ਤਾਂ ਆਪਾਂ ਕਹਿ ਸਕਦੇ ਹਾਂ ਕਿ ਇਸ ਪੇਂਟਿੰਗ ਦੇ ਵਿੱਚ ਇਨ ਦਿਸ ਪਰਟੀਕੂਲਰ ਪੇਂਟਿੰਗ the scene of the death of famous philosopher Socrates is described, and in this painting also known as trial and execution of Socrates, it is explained the scenario that how it took place, how the event of the death of Socrates took place, that one of his followers was giving him ਆਪਾਂ ਕਹਿ ਸਕਦੇ a cup of poison and he was really optimistic, ਹੈ ਨਾ। ਪਰਸਨ ਆਪਣਾ ਜਿਹੜਾ ਮਤਲਬ ਪੋਇਜ਼ਨ ਪੀਣ ਦੀ ਕੋਸ਼ਿਸ਼, ਜਿਹਨੇ ਪੋਇਜ਼ਨ ਪੀਣਾ ਹੀ ਇਜ਼ ਰੀਅਲੀ ਪੋਜ਼ਿਟਿਵ। ਬਟ ਜਿਹੜੇ ਅਦਰ ਪੀਪਲ ਹੈਗੇ ਆ ਦੇ ਆਰ ਇਨ, ਆਪਾਂ ਕਹਿ ਸਕਦੇ ਹਾਂ ਕਿ ਉਹ ਲੋਕ ਬਹੁਤ ਜ਼ਿਆਦਾ ਦੁੱਖ ਦੇ ਵਿੱਚ ਹੈਗੇ ਆ। ਤਾਂ ਆਪਾਂ ਇੱਥੇ ਕਹਿ ਸਕਦੇ ਹਾਂ ਕਿ ਉਹ ਲੋਕ ਕੀ ਨੇ, ਦੇ ਆਰ ਗਰੀਵਿੰਗ ਔਰ ਦੇ ਆਰ ਇਨ ਡੀਪ ਸੈਂਸ ਆਫ ਗਰੀਫ ਦੈਟ ਦੇਅਰ ਫੇਮਸ ਫਿਲਾਸਫਰ ਇਜ਼ ਗੋਨਾ ਡਾਈ ਸੂਨ। ਤਾਂ ਇੱਥੇ ਜਿਹੜੀ ਹੈਗੀ ਆ
ਆਪਾਂ ਦੱਸ ਸਕਦੇ ਹਾਂ ਕਿ ਇਹ ਪੇਂਟਿੰਗ ਬੇਸਿਕਲੀ ਹੋਪ ਦੇ ਅਬਾਊਟ ਹੈਗੀ ਆ ਐਂਡ ਅਬਾਊਟ ਦ ਟਰੁਥ, ਹਨਾ, ਕਿ ਸੋਕਰੇਟਸ ਨੇ ਆਪਣੀ ਟਾਈਮ ਦੇ ਵਿੱਚ ਜਦੋਂ ਉਹਨੂੰ ਇਹ ਆਰਡਰ ਪਾਸ ਹੋਏ ਸੀਗੇ that he has to die for his teachings, he took it with a immense pleasure, ਔਰ ਉਹਨੇ ਇੱਕ ਡਿਗਨਿਟੀ ਦੇ ਨਾਲ ਆਪਾਂ ਕਹਿ ਸਕਦੇ ਹੈਗੇ ਆ ਕਿ ਇਸ ਡਿਸੀਜਨ ਨੂੰ ਲਿਆ ਕਿ ਹਾਂ ਓਕੇ ਇਟਸ ਫਾਈਨ, ਕਿ ਡੈਥ ਇਜ਼ ਓਕੇ। ਤਾਂ ਉਹਨੇ ਇਹੀ ਕਿਹਾ ਸੀ ਕਿ ਇਫ ਯੂ ਆਰ ਲਿਵਿੰਗ ਯੋਰ ਲਾਈਫ in a right manner then that is completely okay for you। ਤਾਂ ਉਹਨੇ ਇਹੀ ਚੀਜ਼ ਨੂੰ explain ਕੀਤਾ, he could have run from that time at that time but he didn't। ਤਾਂ ਉਹ ਭੱਜਾ ਨਹੀਂ, ਉਹਨੇ ਕੋਈ ਛੁਪਣ ਦੀ ਕੋਸ਼ਿਸ਼ ਨਹੀਂ ਕੀਤੀ, he was facing his trial and he chose the death over running away life, ਕਿਉਂਕਿ ਉਹ ਕਹਿੰਦਾ that I am a person of truth and I'll never feel sorry for telling a truth। ਤਾਂ ਉਹ ਪਰਸਨ ਨੇ ਇਹੀ ਕਿਹਾ ਸੀ ਕਿ ਸੱਚ ਦੇ ਲਈ ਮੈਨੂੰ ਮੌਤ ਵੀ ਮਨਜ਼ੂਰ ਹੈਗੀ ਹੈ। ਸੋ ਆਪਾਂ ਕਹਿ ਸਕਦੇ ਹਾਂ ਕਿ ਇਹ ਜਿਹੜੀ ਪੇਂਟਿੰਗ ਹੈਗੀ ਆ ਇਹ ਇੱਕ ਬੜੀ ਆਪਾਂ ਉਸ ਟਾਈਮ ਦੀ ਇੱਕ ਵਧੀਆ ਚੀਜ਼ ਨੂੰ ਨਰੇਟ ਕਰਦੀ ਹੈਗੀ ਆ that one should always live by a rule or by the truth। ਤਾਂ ਕੋਈ ਵੀ ਪਰਸਨ ਨੂੰ ਟਰੁੱਥ ਦੇ ਨਾਲ ਰਹਿਣਾ ਚਾਹੀਦਾ ਤੇ ਉਸ ਚੀਜ਼ ਦੇ ਰੈਲੇਵੈਂਟ ਇਹ ਜਿਹੜੀ ਪੇਂਟਿੰਗ ਹੈਗੀ ਆ। ਸੋ ਤੁਸੀਂ ਕਿਊ ਕਾਰਡ ਕਿੱਦਾਂ ਸਟਾਰਟ ਕਰੋਗੇ, ਤੁਸੀਂ ਕਹਿ ਸਕਦੇ ਹੈਗੇ ਹੋ ਕਿ I've seen many paintings in my life and I'm also good at drawing some things, but today I'm going to talk about a painting that was about the death of famous we can say that philosopher Socrates, and this painting shows the scene of his death, and this painting is quite close to my heart because it tells us the value of truth in one's life। Socrates chose death over life because he wanted to be honest with his teachings, and ਆਪਾਂ ਕਹਿ ਸਕਦੇ ਹਾਂ ਕਿ at that time French authorities were so keen on killing a great personality just because of his teachings। So we can say that there is a lot of unfairness in the society, but this painting tells us that we should always side by the truth and we should always live by the values, moral values I can say। So मैं क्या भी when we look at this painting closely, there are several figures in this painting and all of them are in the state of grief except Socrates himself। He's quite optimistic about it and he said that death is a part of our life and we should cherish it as just like a life। ਤਾਂ ਆਪਾਂ ਨੂੰ ਜਿਹੜੀ ਹੈਗੀ ਆ ਡੈਥ ਨੂੰ ਵੀ ਲਾਈਫ ਦੀ ਤਰ੍ਹਾਂ ਚੈਰਿਸ਼ ਕਰਨਾ ਚਾਹੀਦਾ ਆ। ਸੋ ਯੂ ਕੈਨ ਟਾਕ ਅਬਾਊਟ ਦਿਸ ਪਾਰਟਿਕੂਲਰ ਪੇਂਟਿੰਗ, ਠੀਕ ਹੈ। ਤੁਸੀਂ ਜੇ ਕੋਈ ਹੋਰ ਇਨਫੋਰਮੇਸ਼ਨ ਚਾਹੀਦੀ ਹੋਈ ਸੋ ਯੂ ਕੈਨ ਸਿੰਪਲੀ ਗੂਗਲ ਇਟ ਔਨ ਐਂਡ ਯੂ ਵਿਲ ਫਾਈਂਡ ਆਊਟ ਦ ਰੈਲੇਵੈਂਟ ਇਨਫੋਰਮੇਸ਼ਨ ਅਬਾਊਟ ਦਿਸ ਪੇਂਟਿੰਗ। ਨੈਕਸਟ ਆ ਗਿਆ ਵਟ ਆਰ ਦ ਡਿਫਰੈਂਸਿਸ ਬਿਟਵੀਨ ਪੇਂਟਿੰਗ ਐਂਡ ਡਰਾਇੰਗ। ਸੋ ਪੇਂਟਿੰਗ ਤੇ ਡਰਾਇੰਗ ਦੇ ਵਿੱਚ ਆਪਾਂ ਸਭ ਤੋਂ ਵੱਡਾ ਡਿਫਰੈਂਸ ਕਹਿ ਸਕਦੇ ਹੈਗੇ ਆ ਐਫਰਟਸ ਦਾ, ਹਨਾ, ਟੈਕਨੀਕਸ ਦਾ। ਤਾਂ ਮੈਂ ਕਿਹਾ ਵੀ there are differences between painting something and drawing, and we can say that the big one I believe is the efforts। It take a lot of efforts to make a good painting, but in case of drawing less effort is required। Moreover techniques of painting and drawing are quite different I believe, ठीक है। Why some people keep a painting for a long time? ਕੁਛ ਲੋਕ ਕਿਸੇ ਪੇਂਟਿੰਗ ਨੂੰ ਬੜਾ ਲੰਮਾ ਸਮਾਂ ਕਿਉਂ ਰੱਖਦੇ ਆ? ਬਿਕੋਜ਼ ਦੇ ਹੈਵ ਐਨ ਇਮੋਸ਼ਨਲ ਕਨੈਕਸ਼ਨ with that particular painting, ਹੈ ਨਾ। ਤਾਂ ਉਹਨਾਂ ਦਾ ਉਸ ਪੇਂਟਿੰਗ ਦੇ ਨਾਲ ਇੱਕ ਇਮੋਸ਼ਨਲ ਕਨੈਕਸ਼ਨ ਹੁੰਦਾ ਹੈ, ਇੱਕ ਇਮੋਸ਼ਨਲ ਬੌਂਡ ਹੁੰਦਾ ਹੈ, ਐਂਡ ਫॉर this very reason they try to keep that painting for as long as they can। Apart from that, that painting can be expensive, has some emotional or ethical value related to it, and for this reason people also keep the paintings। ਤਾਂ ਇਹ ਵੀ reason ਹੋ ਸਕਦਾ ਆ ਕਿ ਉਹ ਚੀਜ਼ ਜਿਹੜੀ ਹੈਗੀ ਆ ਮਹਿੰਗੀ ਹੋਵੇ। ਨੈਕਸਟ ਆ ਗਿਆ ਹਾਊ ਡਸ ਬਿਲਡਿੰਗ ਸਟਾਈਲ ਅਫੈਕਟ ਪੀਪਲਸ ਲਾਈਫ। ਤਾਂ ਬਿਲਡਿੰਗ ਦਾ ਸਟਾਈਲ, ਹੁਣ ਤੁਸੀਂ ਦੇਖੋ ਵੀ ਆਹ ਵਾਲਾ ਕੁਐਸਚਨ ਬਿਲਕੁਲ ਆਊਟ ਆਫ ਦਾ ਟੌਪਿਕ ਚੱਲ ਜਾਂਦਾ ਹੈਗਾ, ਹੈ ਨਾ। ਐਂਡ ਇਨ ਯੋਰ ਆਇਲਸ ਸਪੀਕਿੰਗ ਇਟ ਇਜ਼ ਮਚ ਲਾਈਕਲੀ ਟੂ ਹੈਪਨ ਕਿ ਜਿਹੜੀ ਚੀਜ਼ ਤੁਸੀਂ ਕਿਊ ਕਾਰਡ ਦੇ ਵਿੱਚ ਦੱਸੀ ਹੈਗੀ ਆ, ਜਿਹੜੀ ਚੀਜ਼ ਉਹ ਫੋਲੋ ਅਪ 'ਚ ਪੁੱਛ ਰਹੇ ਆ, ਥੀਸ ਥਿੰਗਸ ਕੈਨ ਬੀ ਇੰਟਾਇਰਲੀ ਡਿਫਰੈਂਟ, ਹੈ ਨਾ। ਜਿੱਦਾਂ ਮੇਰਾ ਐਕਸਪੀਰੀਅੰਸ ਜਦੋਂ ਵੈਨ ਆਈ ਵਾਜ਼ ਗਿਵਿੰਗ ਮਾਈ ਸਪੀਕਿੰਗ ਐਗਜ਼ਾਮ, ਤਾਂ ਮੇਰਾ ਟੌਪਿਕ ਆਇਆ ਸੀ ਡਿਸਕਰਾਈਬ ਅ ਟਾਈਮ ਵੈਨ ਯੂ ਗੈਟ ਅਪ ਅਰਲੀ ਇਨ ਦਾ ਮਾਰਨਿੰਗ।
क्यू कार्ड सीगा है ना कि जो तुसीं सवेरे जल्दी उठे ਤਾਂ ਜਿਹੜੇ ਮੇਰੇ ਫੋਲੋ ਅਪ ਕੁਐਸਚਨ ਆਏ ਸੀ ਮੇਰਾ ਫਸਟ ਫੋਲੋ ਅਪ ਕੁਐਸਚਨ ਆਈ ਸਟਿਲ ਰਿਮੈਂਬਰ ਉਹਨੇ ਮੈਨੂੰ ਪੁੱਛਿਆ ਸੀ ਵਾਈ ਨੇਬਰਿੰਗ ਕੰਟਰੀਜ਼ ਆਰ ਆਲਵੇਜ਼ ਫਾਈਟਿੰਗ ਹੁਣ ਤੁਸੀਂ ਦੇਖੋ ਵੀ ਸਵੇਰੇ ਜਲਦੀ ਉੱਠਣ ਦੇ ਵਿੱਚ ਤੇ ਨੇਬਰਿੰਗ ਕੰਟਰੀਜ਼ ਦੇ ਆਪਸ ਲੜਾਈ ਕਰਨ ਦੇ ਵਿੱਚ ਕਿੰਨਾ ਕੁ ਲਿੰਕ ਹੈਗਾ ਹਨਾ ਸੋ ਇਹ ਚੀਜ਼ ਪੋਸੀਬਲ ਹੈਗੀ ਆ ਕਿ ਤੁਹਾਡੇ ਜਿਹੜੇ ਫੋਲੋ ਅਪ ਕੁਐਸਚਨਸ ਹੋਣ ਉਹ ਤੁਹਾਡੇ ਕਿਊ ਕਾਰਡ ਤੋਂ ਇੰਟਾਇਰਲੀ ਡਿਫਰੈਂਟ ਹੋਣ ਸੋ ਜਸਟ ਬੀ ਰੈਡੀ ਫॉर एवरीथिंग ठीक है सो ਇੱਥੇ ਇਹਨਾਂ ਨੇ ਕੀ ਕਿਹਾ ਹਾਊ ਡਸ ਬਿਲਡਿੰਗ ਸਟਾਈਲ ਅਫੈਕਟ ਪੀਪਲਸ ਲਾਈਫ ਤਾਂ ਬਿਲਡਿੰਗ ਦਾ ਸਟਾਈਲ ਲੋਕਾਂ ਦੀ ਲਾਈਫ ਨੂੰ ਕਿੰਨਾ ਅਫੈਕਟ ਕਰਦਾ ਹੈਗਾ ਪਹਿਲੀ ਗੱਲ ਤਾਂ ਮੈਂ ਕਹਿ ਸਕਦੀ ਹੈਗੀ ਕਿ ਸਪੇਸ change many things about the way we live है like if you are living in countryside in a big house so there are more chances that you are likely to have a garden over there but if you are living in a high rise building you are not necessarily going to have a garden or big garden over there so your lifestyle will change because people those who live in villages they can spend time in that garden in the mornings or in the evenings but if you are living in 2 BHK flat so there are not many chances of you to have a garden at all है ना तो आप ਉਹਦੀ ਗੱਲ ਕਰ ਸਕਦੇ ਹਾਂ ਫਿਰ ਮੈਂ ਕਹਿ ਸਕਦੀ ਹੈਗੀ ਆ exposure to light also affect our life because if we are going out in a sun it gives us positive vibes those people who are always living in closed compartments and they are not going much outside they are relatively negative as compared to people who spend time in the nature ਤਾਂ ਇਹ ਹੋ ਸਕਦਾ ਆ ਫਿਰ ਆਪਾਂ ਕਹਿ ਸਕਦੇ ਹੈਗੇ ਆ ਕਿ ਜਿਹੜੀਆਂ ਵੀ ਤੁਹਾਡੀ ਬਿਲਡਿੰਗ ਦੇ ਵਿੱਚ ਫੈਸਿਲਿਟੀਜ਼ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ ਉਹ ਵੀ ਤੁਹਾਡਾ ਸਟੈਂਡਰਡ ਆਫ ਲਿਵਿੰਗ ਨੂੰ ਕਾਫੀ ਹੱਦ ਤੱਕ ਕੰਟਰੋਲ ਕਰਦੀਆਂ ਨੇ ਲਾਈਕ whether or not you are having an AC compartment है ना what sort of facilities are you able to enjoy in the area wherever you live or in the house wherever you live ਤਾਂ ਇਹ ਚੀਜ਼ਾਂ ਤੁਹਾਡਾ ਜਿਹੜਾ ਸਟੈਂਡਰਡ ਆਫ ਲਿਵਿੰਗ ਹੈ ਕੰਟਰੋਲ ਕਰਦੀਆਂ ਨੇ ਠੀਕ ਹੈ ਜੀ ਸੋ ਇਹਦੇ ਨਾਲ ਹੀ ਰਾਜੇ ਅੱਜ ਦੇ ਜਿਹੜੇ ਹੈਗੇ ਆਪਣੇ ਕਿਊ ਕਾਰਡਸ ਖਤਮ ਹੁੰਦੇ ਆ ਦੈਟਸ ਆਲ ਫॉर ਟੁਡੇ ਫॉर joining online or offline classes you can join Max Overseas thank you everyone